Hello students, good morning to all of you. Hope you all are fine. Students, we were reading chapter number 3 that is Ranga's marriage. ਆਪਾਂ 18 ਪੇਜ ਨੰਬਰ ਤੱਕ ਚੈਪਟਰ ਨੂੰ ਪੜ੍ਹਿਆ ਆ, ਠੀਕ ਹੈ। ਇਸ ਚੈਪਟਰ ਦੇ ਵਿੱਚ ਮੈਂ ਆਲਰੇਡੀ ਕੱਲ੍ਹ ਤੁਹਾਨੂੰ ਫਿਰ ਦੱਸਿਆ ਸੀਗਾ ਵੀ ਇੱਕ ਲੜਕੇ ਦੇ ਬਾਰੇ 'ਚ ਸਟੋਰੀ ਹੈ ਹੁਜ਼ ਨੇਮ ਇਜ਼ ਰੰਗਾ ਐਂਡ ਉਹ ਅਕਾਊਂਟੈਂਟ ਦਾ ਬੇਟਾ ਆ। ਖੁਸ਼ਹਾਲੀ ਵਿਲੇਜ ਦੇ ਵਿੱਚ ਉਹ ਰਹਿੰਦਾ ਆ ਐਂਡ ਹੀ ਵਾਜ਼ ਦਾ ਓਨਲੀ ਬੋਏ ਇਨ ਦਾ ਹੋਲ ਵਿਲੇਜ who went to a city that is Bangalore in order to get his higher studies, ठीक है। फिर जो वापस आंदा 6 months बाद everybody was very eager to have a look at रंगा that whether he has changed or not, ठीक है। फिर ਉਹਦੀ होम कमिंग जो है रंगा दी होम कमिंग that is could say is called as a great event, okay। ਉਹ great event ਮੰਨੀ ਜਾਂਦੀ because everybody wanted to have a look at Ranga's face, his attitude and his personality, that whether he has changed to some extent or not। and ਇਹ ਸਭ ਦੇ ਚੱਲਦਿਆਂ ਜਿਹੜਾ ਸਾਡਾ ਨੈਰੇਟਰ ਆ he also went to Ranga's house, ਠੀਕ ਹੈ। ਉਹਨੂੰ ਦੇਖਣ ਲਈ ਚਲਿਆ ਜਾਂਦਾ ਹੈ ਜਿੱਥੇ ਉਹ ਦੇਖਦਾ ਆ ਕਿ ਮਤਲਬ ਰੰਗਾ ਦੀ ਅਪੀਅਰੈਂਸ ਦੇ ਵਿੱਚ ਕੋਈ ਚੇਂਜ ਨਹੀਂ ਆਈ ਹੋਈ, ਉਹਨੇ ਅੱਜ ਵੀ ਜਨੇਊ ਜਿਹੜਾ ਪਹਿਨਿਆ ਹੋਇਆ ਆ। ਦੈਨ ਆਪਾਂ ਹੈਗੇ ਆ ਹਾਂਜੀ ਇੱਥੋਂ ਪੜ੍ਹਨਾ ਆਪਾਂ once they realized it, 18 ਪੇਜ ਨੰਬਰ ਆ ਬੇਟਾ, ਠੀਕ ਹੈ। Once they realized that Ranga still had the same hands, legs, eyes and nose, the crowd melted away with the lumps of sugar in child's mouth। ਹੁਣ ਦੇਖੋ ਕੀ ਹੈ ਕਿ ਕਹਿੰਦੇ ਕਿ ਜਦੋਂ ਸਾਰੇ ਵਿਲੇਜਰਸ ਨੇ ਦੇਖ ਲਿਆ ਕਿ ਰੰਗਾ ਬਿਲਕੁਲ ਵੀ ਚੇਂਜ ਨਹੀਂ ਹੋਇਆ, ਜਦੋਂ ਸਿਟੀ ਦੇ ਵਿੱਚੋਂ ਆ ਕੇ ਜਾ ਕੇ ਵੀ ਮਤਲਬ ਉੱਥੇ ਉਹਦੀ ਅਪੀਅਰੈਂਸ ਜਾਂ ਉਹਦੀ ਪਰਸਨੈਲਿਟੀ 'ਚ ਕੋਈ ਚੇਂਜ ਨਹੀਂ ਆਈ, ਠੀਕ ਹੈ। ਮਤਲਬ ਫਿਰ ਇਹ ਡਿਸਅਪੀਅਰ ਹੋ ਗਏ, ਮਤਲਬ ਹੌਲੀ ਹੌਲੀ ਜਿਹੜੇ ਲੋਕ ਸੀਗੇ ਆਪਣੇ ਘਰਾਂ ਵੱਲ ਨੂੰ ਚੱਲਣਾ ਸ਼ੁਰੂ ਹੋ ਗਏ। ਇੱਥੇ ਇੱਕ ਵਰਡ ਉਹਨਾਂ ਲਾਈਨ ਯੂਜ਼ ਕੀਤੀ ਬੇਟਾ, ਲਾਈਕ ਅ ਲੰਪ ਆਫ ਸ਼ੂਗਰ ਇਨ ਅ ਚਾਈਲਡਸ ਮਾਊਥ। ਜਿਵੇਂ ਬੱਚੇ ਨੂੰ ਸ਼ੂਗਰ ਦੇ ਦਿੱਤੀ ਜਾਵੇ ਤਾਂ ਇੱਕਦਮ ਹੀ ਖ਼ਤਮ ਕਰ ਦੇਗਾ, ਦੈਟ ਇਜ਼ ਲਾਈਕ ਅ ਫਰੇਜ਼ ਯੂਜ਼ ਕੀਤਾ ਗਿਆ ਕਿ ਜਿਹੜੀ ਕਰਾਊਡ ਸੀਗਾ ਇੱਕਦਮ ਜਿਹੜਾ ਡਿਸਅਪੀਅਰ ਹੋ ਗਿਆ ਜਦੋਂ ਉਹਨਾਂ ਦੇਖਿਆ ਕਿ ਰੰਗਾ ਬਿਲਕੁਲ ਵੀ ਚੇਂਜ ਜਿਹੜਾ ਨਹੀਂ ਹੋਇਆ। ਆਈ ਕੰਟੀਨਿਊ ਟੂ ਸਟੈਂਡ ਦੇਅਰ ਬਟ ਨੈਰੇਟਰ ਉੱਥੇ ਹੀ ਰੁਕਿਆ ਰਿਹਾ। ਆਫਟਰ ਐਵਰੀਵਨ ਹੈਡ ਗੋਨ ਆਈ ਆਸਕ ਹਾਊ ਆਰ ਯੂ ਰੰਗੱਪਾ, ਇਜ਼ ਐਵਰੀਥਿੰਗ ਵੈਲ ਵਿਦ ਯੂ। ਇਟ ਵਾਜ਼ ਦਾ ਓਨਲੀ ਦੈਨ ਦੈਟ ਰੰਗਾ ਨੋਟਿਸਡ, ਠੀਕ ਹੈ। ਜਦੋਂ ਸਾਰੇ ਜਣੇ ਚਲੇ ਗਏ, ਠੀਕ ਹੈ, ਫਿਰ ਕਹਿੰਦਾ ਮੈਨੂੰ ਪੁੱਛਿਆ ਰੰਗਾ ਨੂੰ ਕਿ ਮਤਲਬ ਕਿ ਤੂੰ ਕਿਵੇਂ ਆ, ਠੀਕ ਆ। ਮਤਲਬ ਫਿਰ ਉਹਨੂੰ ਉਹਦੀ ਹਾਲ ਚਾਲ ਪੁੱਛਣ ਲੱਗ ਜਾਂਦਾ ਆ। ਕਹਿੰਦਾ ਇਹੀ ਟਾਈਮ ਸੀਗਾ ਜਦੋਂ ਰੰਗਾ ਨੇ ਮੈਨੂੰ ਨੋਟਿਸ ਕੀਤਾ ਸੀਗਾ। ਹੀ ਕੇਮ ਨੀਅਰ ਮੀ ਐਂਡ ਡਿਡ ਅ ਨਮਸਕਾਰ ਰਿਸਪੈਕਟਫੁਲੀ ਸੇਇੰਗ ਆਈ ਐਮ ਆਲ ਰਾਈਟ ਵਿਦ ਯੂਰ ਬਲੈਸਿੰਗਸ। ਹੁਣ ਕਹਿੰਦਾ ਕਿ ਜਦੋਂ ਉਹਨੇ ਦੇਖਿਆ ਮਤਲਬ ਉਹਨੂੰ ਨੋਟਿਸ ਕੀਤਾ ਨੈਰੇਟਰ ਨੂੰ, ਠੀਕ ਹੈ, ਫਿਰ ਕਹਿੰਦਾ ਕਿ ਉਹਨੇ ਮੈਨੂੰ ਬੜੇ ਰਿਸਪੈਕਟਫੁਲ ਵੇ ਦੇ ਨਾਲ, ਟ੍ਰੈਡੀਸ਼ਨਲ ਵੇ ਦੇ ਨਾਲ ਮੈਨੂੰ ਉਹਨੇ ਨਮਸਕਾਰ ਕੀਤੀ। ਮਤਲਬ ਉਹਨੇ ਉਹਨੂੰ ਕਹਿ ਸਕਦੇ ਹੋ ਕਿ ਉਹਨੂੰ ਬੁਲਾਇਆ ਬੜੇ ਅੱਛੇ ਤਰੀਕੇ ਨਾਲ, ਰਿਸਪੈਕਟਫੁਲੀ ਐਜ਼ ਵੈਲ ਐਜ਼ ਟ੍ਰੈਡੀਸ਼ਨ ਦੇ ਨਾਲ, ਜਿਵੇਂ ਆਪਣੇ ਉਹਨਾਂ ਦੇ ਉੱਥੇ ਰੀਤੀ ਰਿਵਾਜ ਸੀਗੇ ਬਿਲਕੁਲ ਉਸੇ ਤਰ੍ਹਾਂ। ਰੰਗਾ ਹੈਡ ਨਾਟ ਨੋਟਿਸ ਦਾ ਨੈਰੇਟਰ ਇਨ ਦਾ ਕਰਾਊਡ ਬਿਫੋਰ ਦੈਟ ਮੋਮੈਂਟ, ਠੀਕ ਹੈ। ਇਸ ਮਤਲਬ ਉਹ ਕਰਾਊਡ ਦੇ ਵਿੱਚ ਉਹਨੇ ਉਹਨੂੰ ਬਿਲਕੁਲ ਵੀ ਨੋਟਿਸ ਨਹੀਂ ਸੀ ਕੀਤਾ। ਇਟ ਵਾਜ਼ ਜਸਟ ਆਫਟਰ when the crowd had disappeared that the Ranga had noticed the narrator. I must draw your attention to this aspect of Ranga's character. He knew it would be to his advantage to talk to someone and rightly assessed people's worth। ਹੁਣ ਇੱਥੇ ਕੀ ਕਹਿੰਦੇ ਆ ਕਿ ਰੰਗਾ ਮਤਲਬ ਉਹਨੇ ਬਹੁਤ ਅੱਛਾ ਬਿਹੇਵ ਕੀਤਾ ਸੀਗਾ, ਠੀਕ ਹੈ। ਹੁਣ ਕਹਿੰਦਾ, ਹੁਣ ਨੈਰੇਟਰ ਸਾਨੂੰ ਕਹਿੰਦਾ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਇਸ ਐਸਪੈਕਟ ਵੱਲ ਕਿ ਰੰਗਾ ਦੇ ਕਰੈਕਟਰ ਵੱਲ ਕੀ ਹੈ, ਬੇਸਿਕਲੀ ਉਹਦਾ ਕਰੈਕਟਰ ਕੀ ਹੈ, ਠੀਕ ਹੈ। ਹੀ ਨਿਊ ਵੈਨ ਇਟ ਵੁੱਡ ਬੀ ਹਿਜ਼ ਐਡਵਾਂਟੇਜ ਟੂ ਟਾਕ ਟੂ ਸਮਵਨ ਐਂਡ ਰਾਈਟਲੀ ਅਸੈਸਡ ਪੀਪਲਸ ਵਰਥ। ਹੁਣ ਕੀ ਹੈ ਕਿ ਹੀ ਵਾਜ਼ ਵਨ ਆਫ ਦੋਜ਼ ਹੂ ਕੁਡ ਐਨਾਲਾਈਜ਼ ਸਮਵਨਸ ਵਰਥ ਰਾਈਟਫੁਲੀ। ਮਤਲਬ ਕਿ ਉਹਦੇ 'ਚ ਇੰਨੀ ਕੁ ਕਾਬਲੀਅਤ ਸੀਗੀ ਉਹਦੇ ਕਰੈਕਟਰ ਦੇ ਵਿੱਚ ਕਿ ਅਗਰ ਕਿਸੇ ਦੇ ਵਿੱਚ ਕੋਈ ਕਹਿ ਸਕਦੇ ਪਲੱਸ ਪੁਆਇੰਟ ਹੋਵੇ ਕਿਸੇ ਦੀ ਪਰਸਨੈਲਿਟੀ ਦੇ ਵਿੱਚ, ਦੈਨ ਰੰਗਾ ਦੇ ਵਿੱਚ ਇੰਨੀ ਐਬਿਲਿਟੀ ਹੈਗੀ ਹੈ ਕਿ ਉਸ ਪਰਸਨ ਦੇ ਉਸ ਪੋਜ਼ੀਟਿਵ ਐਸਪੈਕਟ ਨੂੰ ਬੜੇ ਅੱਛੇ ਤਰੀਕੇ ਨਾਲ ਪਛਾਣ ਸਕਦਾ ਆ, ਠੀਕ ਹੈ। He did not do it like any present-day boy with his head up towards the sun, standing stiff like a pole without joints, jerking his body as if it was either a wand or a walking stick। ਦੈਨ ਨੈਕਸਟ ਕੀ ਕਹਿੰਦਾ ਆ ਕਿ ਪਹਿਲਾਂ ਤਾਂ ਉਹਨੂੰ ਪਤਾ ਲੱਗ ਗਿਆ ਕਿ ਹਰੇਕ ਇਨਸਾਨ ਦੇ ਅਗਰ ਕੈਰੈਕਟਰ ਦੇ ਵਿੱਚ ਪਰਸਨੈਲਿਟੀ ਵਾਈਜ਼ ਅਗਰ ਕੋਈ ਕਹਿ ਸਕਦੇ ਹੋ ਕਿ ਕਰੈਕਟਰਿਸਟਿਕਸ ਹੈਗੀ ਹੈ, ਦੈਨ ਹੀ ਕੁਡ ਅਸੈਸ ਇਟ, ਐਨਾਲਾਈਜ਼ ਇਟ ਵੈਰੀ ਵਰਥਫੁਲੀ ਐਂਡ ਵੈਰੀ ਰਾਈਟਲੀ। ਫਿਰ ਕਹਿੰਦਾ ਕਿ ਹੁਣ ਦੇਖੋ ਜਿਵੇਂ
ਹੁਣ ਦੇਖੋ ਨਾਲ ਉਹਨੇ ਕਿਹਾ ਐਜ਼ ਫਾਰ ਇਜ਼ ਨਮਸਕਾਰਾ ਟੂ ਮੀ, ਕਹਿੰਦੇ ਜਿਵੇਂ ਉਹਨੇ ਮੈਨੂੰ ਨਮਸਕਾਰ ਕੀਤੀ ਸੀਗੀ, ਹੀ ਡਿਡ ਨੋਟ ਡੂ ਇਟ ਲਾਈਕ ਐਨੀ ਪ੍ਰੈਜ਼ੈਂਟ ਡੇ ਬॉय ਵਿਦ ਹਿਜ਼ ਹੈਡ ਅਪ ਟੂਵਰਡਸ ਦ ਸਨ, ਕਹਿੰਦਾ ਇਹਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਜਿਵੇਂ ਅੱਜ ਦੇ ਬੱਚੇ ਕਰਦੇ ਨੇ, ਅੱਜ ਦੇ ਲੜਕੇ ਕਰਦੇ ਨੇ, ਆਪਣਾ ਸਿਰ ਉੱਪਰ ਚੱਕ ਕੇ ਸਟੈਂਡਿੰਗ ਸਟਿਫ ਲਾਈਕ ਆ ਪੋਲ ਵਿਦਾਊਟ ਜੁਆਇੰਟਸ, ਮਤਲਬ ਬਿਲਕੁਲ ਇੱਕ ਪੋਲ ਦੀ ਤਰ੍ਹਾਂ ਸਿੱਧੇ ਖੜੇ ਹੋ ਕੇ ਜਰਕਿੰਗ ਹਿਜ਼ ਬੋਡੀ ਐਜ਼ ਇਫ ਇਟ ਵਾਜ਼ ਈਦਰ ਅ ਬੈਂਡ ਔਰ ਅ ਵਾਕਿੰਗ ਸਟਿਕ, ਜਾਂ ਥੋੜ੍ਹਾ ਕਹਿ ਸਕਦੇ ਹੋ ਕਿ ਝੁਕ ਕੇ, ਠੀਕ ਹੈ, ਕਹਿ ਸਕਦੇ ਹੋ ਕਿ ਕਹਿ ਸਕਦੇ ਹੋ ਵਿਦਾਊਟ ਐਨੀ ਐਥਿਕ ਔਰ ਵਿਦਾਊਟ ਐਨੀ ਮੋਰਲ, ਜਿਵੇਂ ਅੱਜ ਦੇ ਬੱਚੇ ਕਰਦੇ ਨੇ, ਜਿਵੇਂ ਅੱਜ ਦੇ ਕਹਿੰਦਾ ਲੜਕੇ ਕਰਦੇ ਨੇ। ਉਹਨੇ ਇਸ ਤਰ੍ਹਾਂ ਨਹੀਂ ਕੀਤਾ। ਜਦੋਂ ਉਹਨੇ ਨਮਸਕਾਰ ਕੀਤੀ ਹੈ, ਕੀ ਕੀਤਾ ਉਹਨੇ, nor did he merely fold his hand, he bent low to touch my feet, ਕਹਿੰਦਾ ਕਿ ਉਹ ਝੁਕਿਆ, ਉਹਨੇ ਮੇਰੇ ਫੀਟ ਨੂੰ ਟੱਚ ਕੀਤਾ। may you get married soon, I said blessing him, ਕਹਿੰਦਾ ਜਦੋਂ ਉਹਨੇ ਮੈਨੂੰ ਝੁਕ ਕੇ ਮੇਰੇ ਫੀਟ ਨੂੰ ਟੱਚ ਕਰਕੇ ਮੈਨੂੰ ਜਦੋਂ ਨਮਸਕਾਰ ਕੀਤੀ ਹੈ, ਮੈਨੂੰ ਬਲੈਸਿੰਗ ਦਿੱਤੀ ਹੈ, that may you get married soon, I said blessing him, ਠੀਕ ਹੈ, ਉਹਨੂੰ ਬਲੈਸਿੰਗ ਦਿੱਤੀ ਹੈ। after exchanging a few pleasantries I left, ਕਹਿੰਦਾ ਫਿਰ ਉਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਗੱਲਾਂ ਕਰਕੇ ਮੈਂ ਉੱਥੋਂ ਜਿਹੜਾ ਉਹ ਆ ਗਿਆ। That afternoon when I was resting, Ranga came to my house with a couple of oranges in his hand, ਉਸ ਦੁਪਹਿਰ 'ਤੇ, ਠੀਕ ਹੈ, ਜਦੋਂ ਮੈਂ ਰੈਸਟ ਕਰਦਾ ਪਿਆ ਸੀਗਾ, ਰੰਗਾ ਮੇਰੇ ਘਰੇ ਆਇਆ, and he had carried some couple of oranges in his hand, a generous considerate fellow, ਹੁਣ ਉਹਦੇ ਬਾਰੇ, ਉਹਦੀ ਕਰੈਕਟਰਿਸਟਿਕ ਬਾਰੇ ਕਹਿੰਦੇ ਕਿ ਬਹੁਤ ਜਨਰਸ ਆ, ਬਹੁਤ ਦਿਆਲੂ ਆ, ਕੰਸੀਡਰੇਟ ਹੁੰਦਾ ਥੋਟਫੁਲ ਜਾਂ ਕੰਸਰਨਡ, ਠੀਕ ਹੈ, ਕਹਿੰਦਾ ਬਹੁਤ ਹੀ ਸੂਝਵਾਨ ਕਿਸਮ ਦਾ ਅਤੇ ਬਹੁਤ ਹੀ ਅੱਛਾ ਜਿਹੜਾ ਸੀਗਾ ਇਨਸਾਨ ਸੀਗਾ। ਇਟ ਵੁੱਡ ਬੀ ਅ ਫਾਈਨ ਥਿੰਗ ਟੂ ਹੈਵ ਹਿਮ ਮੈਰੀ, ਸੈਟਲ ਡਾਊਨ ਐਂਡ ਬੀ ਆਫ ਸਰਵਿਸ ਟੂ ਸੋਸਾਇਟੀ, ਆਈ ਥੋਟ, ਕਹਿੰਦਾ ਕਿ ਉਹ ਇੰਨਾ ਅੱਛਾ ਸੀਗਾ ਕਿ ਮੈਂ ਸੋਚਿਆ ਦੈਟ ਹੀ ਸ਼ੁੱਡ ਗੈਟ ਮੈਰੀ ਵੈਰੀ ਸੂਨ, ਹੀ ਸ਼ੁੱਡ ਸੈਟਲ ਡਾਊਨ ਇਨ ਹਿਜ਼ ਲਾਈਫ ਐਂਡ ਬੀ ਆਫ ਸਰਵਿਸ ਟੂ ਸੋਸਾਇਟੀ, ਆਈ ਥੋਟ, ਕਿ ਮਤਲਬ ਉਹਨੂੰ ਸੋਸਾਇਟੀ ਦੇ ਲਈ, ਸਮਾਜ ਦੇ ਲਈ ਕੁਝ ਕਰਨਾ ਚਾਹੀਦਾ ਆ। ਫॉर ਅ ਵਾਈਲ ਵੀ ਟਾਕਡ ਅਬਾਊਟ ਦਿਸ ਐਂਡ ਦੈਟ, ਫਿਰ ਕਹਿੰਦਾ ਇੱਧਰ ਉੱਧਰ ਦੀਆਂ ਗੱਲਾਂ ਆਪਾਂ ਕੀਤੀਆਂ ਥੋੜ੍ਹੇ ਸਮੇਂ ਦੇ ਲਈ। ਦੈਨ ਆਈ ਕੇਮ ਟੂ ਦ ਪੁਆਇੰਟ, ਫਿਰ ਕਹਿੰਦਾ ਕਿ ਜਿਹੜੀ ਮੁੱਦੇ ਦੀ ਗੱਲ ਸੀਗੀ ਮੈਂ ਉੱਤੇ ਆਇਆ। ਰਣਗੱਪਾ, ਵੈਨ ਡੂ ਯੂ ਪਲਾਨ ਟੂ ਗੈਟ ਮੈਰਿਡ, ਹੁਣ ਕਹਿੰਦਾ ਉਹਨੂੰ ਮੈਂ ਜਿਹੜੀ ਮੇਨ ਚੀਜ਼ ਸੀਗੀ ਉਹਨੂੰ ਮੈਂ ਪੁੱਛੀ ਕਿ ਵੈਨ ਹੀ ਇਜ਼ ਗੋਇੰਗ ਟੂ ਗੈਟ ਮੈਰਿਡ, ਆਈ ਐਮ ਨੋਟ ਗੋਇੰਗ ਟੂ ਗੈਟ ਮੈਰਿਡ ਨਾਓ, ਹੀ ਸੈਡ, ਨਾਲ ਹੀ ਉਹਨੇ ਕੀ ਆਨਸਰ ਦਿੱਤਾ ਕਿ ਮੈਂ ਹਾਲੇ ਮੈਰਿਜ ਲਈ ਤਿਆਰ ਨਹੀਂ ਹੈਗਾ। ਵਾਈ ਨਾਟ, ਹੁਣ ਨੈਰੇਟਰ ਉਹਨੂੰ ਪੁੱਛਦਾ ਹੈ ਕਿ ਕਿਉਂ ਤੂੰ ਤਿਆਰ ਕਿਉਂ ਨਹੀਂ ਹੈ। I need to find the right girl. I know an officer who got married only 6 months ago. He's about 30 and wife is 25. I'm told. I'm sorry. I think it's a problem. Something's okay. ਹਾਂ, ਹੁਣ ਨੈਰੇਟਿਵ ਨੂੰ ਪੁੱਛਦਾ ਕਿ ਕਿਉਂ ਨਹੀਂ ਤੂੰ, ਮਤਲਬ ਕਿਉਂ ਤਿਆਰ ਨਹੀਂ ਹੈਗਾ ਮੈਰਿਜ ਦੇ ਲਈ। ਆਈ ਨੀਡ ਟੂ ਫਾਈਂਡ ਦ ਰਾਈਟ ਗਰਲ, ਇਹ ਹੁਣ ਰੰਗੱਪਾ ਕਹਿੰਦਾ ਹੈ ਜਾਂ ਰੰਗਾ ਕਹਿੰਦਾ ਹੈ ਕਿ ਮੈਨੂੰ ਹਾਲੇ ਜ਼ਰੂਰਤ ਹੈ ਕਿ ਮੈਂ ਆਪਣੇ ਲਈ ਕੋਈ ਬੈਟਰ ਜਿਹੜਾ ਮੈਚ ਹੈ ਫਾਊਂਡ ਕਰਾਂ। ਆਈ ਨੋ ਐਨ ਆਫਿਸਰ ਹੂ ਗੋਟ ਮੈਰਿਡ ਓਨਲੀ 6 months ago, ਕਹਿੰਦਾ ਮੈਂ ਇੱਕ ਆਫਿਸਰ ਨੂੰ ਜਾਣਦਾ ਹਾਂ ਜਿਹਦੀ ਹਾਲੇ 6 months ਪਹਿਲਾਂ ਮਤਲਬ ਮੈਰਿਜ ਹੋਈ ਹੈ। ਹੀ ਇਜ਼ ਅਬਾਊਟ 30 ਐਂਡ ਹਿਜ਼ ਵਾਈਫ ਇਜ਼ 25, ਐਮ ਟੋਲਡ, ਕਹਿੰਦਾ ਮੈਨੂੰ ਦੱਸਿਆ ਗਿਆ ਸੀਗਾ ਵੀ ਉਹ ਆਫਿਸਰ ਦੀ ਜਿਹੜੀ ਏਜ ਸੀਗੀ ਉਹ 30 ਸੀਗੀ ਐਂਡ ਜਿਹੜੀ ਉਹਦੀ ਵਾਈਫ ਆ ਉਹਦੀ ਏਜ ਜਿਹੜੀ ਹੈਗੀ ਸੀ 25 ਸੀਗੀ। ਦੇ ਵਿਲ ਬੀ ਏਬਲ ਟੂ ਟਾਕ ਲਵਿੰਗਲੀ ਟੂ ਈਚ ਅਦਰ, ਮਤਲਬ ਉਹਨਾਂ ਦੀ ਕਾਫੀ ਕੰਪੈਨੀਅਨਸ਼ਿਪ ਅੱਛੀ ਹੋਏਗੀ। ਦੈਨ ਲੈਟਸ ਸੇ ਆਈ ਮੈਰਿਡ ਅ ਵੈਰੀ ਯੰਗ ਗਰਲ, ਚਲੋ ਮੰਨ ਲਿਆ, ਕਹਿੰਦਾ ਕਿ ਮੈਂ ਬਹੁਤ ਮਤਲਬ ਯੰਗ ਲੜਕੀ ਨਾਲ ਮੈਰਿਜ ਕਰਵਾਈ। ਸ਼ੀ ਮੇ ਟੇਕ ਮਾਈ ਵਰਡ ਸਪੋਕਨ ਇਨ ਲਵ ਐਜ਼ ਵਰਡ ਸਪੋਕਨ ਇਨ ਐਂਜਰ, ਕਹਿੰਦਾ ਕਿ ਮੈਨੂੰ ਬਿਲਕੁਲ ਵੀ ਮਤਲਬ ਜੋ ਵੀ ਮੈਂ ਕਹਿਣਾ ਚਾਹਾਂਗਾ ਮੇ ਵੀ ਉਹਨੂੰ ਕੁਝ ਸਮਝ ਨਾ ਲੱਗੇ ਜਾਂ ਉਹ ਮੈਨੂੰ ਅੱਛੇ ਤਰੀਕੇ ਨਾਲ ਨਾ ਸਮਝ ਸਕੇ। Then recently a troupe in Bangalore staged the play Shakuntala. There is no question of Dushyant falling in love with Shakuntala if she were young like the present day brides, is there? What would have happened to Kalidas play? If one gets married, it should be to a girl who is mature, otherwise one should remain a bachelor. That's why I am not marrying now. ਹੁਣ ਇੱਥੇ ਦੇਖੋ ਕਿ ਮਤਲਬ ਹੁਣ ਰੰਗਾ ਨੇ ਆਪਣੇ ਜਿਹੜੇ ਵਿਊ ਪੁਆਇੰਟਸ ਨੇ, ਆਪਣੀ ਜਿਹੜੀ ਥਿੰਕਿੰਗ ਹੈ ਉਹ ਸ਼ੇਅਰ ਕੀਤੀ ਹੈ ਨੈਰੇਟਰ ਦੇ ਨਾਲ, ਕਿ ਉਹਨੂੰ ਮਤਲਬ ਕਹਿੰਦਾ ਕਿ ਮੈਂ ਚਾਹੁੰਦਾ ਹੈ ਕਿ ਮੈਂ ਕਿਸੇ ਯੰਗ ਲੜਕੀ ਨਾਲ ਮੈਰਿਜ ਨਾ ਕਰਵਾਵਾਂ। ਇਨ ਅਦਰ ਵਰਡਸ ਹੀ ਵਾਂਟਡ ਟੂ ਮੈਰੀ ਟੂ ਅ ਵੈਰੀ ਮੈਚਿਓਰ ਗਰਲ ਹੂ ਕੁਡ ਅੰਡਰਸਟੈਂਡ ਬੋਥ ਹਿਜ਼ ਯੂ ਕੁਡ ਸੇ ਐਕਸ਼ਨਸ ਐਂਡ ਹਿਜ਼